ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਅੱਜ ਸ਼੍ਰੀ ਸੁਖਮਨੀ ਸਾਹਿਬ ਦੀ 15ਵੀਂ ਅਸ਼ਟਪਦੀ ਦੀ ਦੂਜੀ ਪੌੜੀ ਤੋਂ ਵਿਆਖਿਆ ਸਰਵਣ ਕਰੋ। ਮਹਾਰਾਜ ਬਚਨ ਕਰਦੇ ਹਨ, ਰੂਪਵੰਤ ਹੋਏ ਨਾਹੀ ਮੋਹ ਹੈ। ਸਤਿਗੁਰੂ ਜੀ ਕਹਿਣਗੇ, ਜੇ ਕੋਈ ਬਹੁਤੇ ਸੋਹਣੇ ਰੂਪ ਵਾਲਾ ਵੀ ਹੋਵੇ ਨਾ, ਜਿਹਦਾ ਰੰਗ ਰੂਪ ਬੜਾ ਸੋਹਣਾ ਹੋਵੇ, ਜਿਹਦੇ ਹੱਥ ਪੈਰ ਬੜੇ ਸੁੰਦਰ ਹੋਣ, ਤੇ ਮਹਾਰਾਜ ਕਹਿਣਗੇ ਬਹੁਤੇ ਸੋਹਣੇ ਰੂਪ ਵਾਲਾ ਵੀ ਪਰਮਾਤਮਾ ਨੂੰ ਆਪਣੇ ਉੱਪਰ ਮੋਹਿਤ ਨਹੀਂ ਕਰ ਸਕਦਾ। ਇਹ ਨਾ ਸਮਝੋ ਵੀ ਜੇ ਕਿਸੇ ਦਾ ਬਹੁਤ ਸੋਹਣਾ ਰੂਪ ਹੋਵੇ ਤੇ ਰੱਬ ਉਹਦੇ ਤੇ ਮੋਹਿਤ ਹੋ ਜਾਂਦਾ, ਉਹਨੂੰ ਮਿਲ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਲਗੀਧਰ ਪਿਤਾ ਇੱਕ ਵਾਰ ਬੈਠੇ ਸਨ, ਸੰਗਤ ਮਹਾਰਾਜ ਦੇ ਆਲੇ ਦੁਆਲੇ ਬੈਠੀ ਹੈ। ਮਹਾਰਾਜ ਨੇ ਕਿਹਾ, ਭਾਈ ਪਿਆਸ ਲੱਗੀ ਹੈ, ਕੋਈ ਉੱਠੇ ਸਾਨੂੰ ਜਲ ਦਾ ਕਟੋਰਾ ਛਕਾਵੇ। ਮਹਾਰਾਜ ਕਹਿਣ ਲੱਗੇ। ਜਦੋਂ ਬਚਨ ਗਏ, ਉਸ ਵਤਨ ਸੰਗਤ ਦੇ ਵਿੱਚੋਂ ਇੱਕ ਨੌਜਵਾਨ ਉੱਠਿਆ ਤੇ ਉਹਨੇ ਉੱਠ ਕੇ ਨਾ ਜੀ ਜਲ ਦਾ, ਬੜੇ ਸੋਹਣੇ ਸ਼ੀਤਲ ਠੰਡੇ ਜਲ ਦਾ ਉਹਨੇ ਕਟੋਰਾ ਭਰ ਕੇ ਲਿਆਂਦਾ ਤੇ ਕਟੋਰਾ ਭਰ ਕੇ ਲਿਆ ਕੇ ਉਸਨੇ ਸਤਿਗੁਰੂ ਸਾਹਿਬ ਜੀ ਨੂੰ ਜਦੋਂ ਪਕੜਾਇਆ ਤੇ ਮਹਾਰਾਜ ਨੇ ਉਹਦੇ ਹੱਥੋਂ ਜਦੋਂ ਜਲ ਦਾ ਕਟੋਰਾ ਫੜਿਆ ਨਾ, ਤੇ ਮਹਾਰਾਜ ਨੇ ਦੇਖੇ ਉਹਦੇ ਹੱਥ ਬੜੇ ਸੋਹਣੇ ਆ, ਬੜੇ ਕੋਮਲ ਕੋਮਲ ਉਹਦੇ ਹੱਥ ਸਨ, ਬੜੇ ਸੁੰਦਰ। ਤੇ ਮਹਾਰਾਜ ਕਹਿਣ ਲੱਗੇ, ਕਹਿੰਦੇ ਉਹ ਨੌਜਵਾਨਾਂ, ਕਦੇ ਇਹਨਾਂ ਹੱਥਾਂ ਦੇ ਨਾਲ, ਮਹਾਰਾਜ ਕਹਿਣ ਲੱਗੇ, ਕਦੇ ਸੇਵਾ ਕੀਤੀ ਇਹਨਾਂ ਹੱਥਾਂ ਪੈਰਾਂ ਦੇ ਨਾਲ? ਕਦੇ ਇਹਨਾਂ ਹੱਥਾਂ ਨਾਲ ਤੂੰ ਸੰਗਤ ਦੇ ਜੂਠੇ ਬਰਤਨ ਮਾਂਜੇ? ਕਦੇ ਕੋਈ ਝਾੜੂ ਪੋਚਾ ਕੀਤਾ ਕਿਤੇ ਸੰਗਤ ਦੇ ਵਿੱਚ? ਕਦੇ ਇਹਦੇ ਨਾਲ ਕੋਈ ਜਲ ਢੋਇਆ ਹੋਵੇ ਤੂੰ ਲੰਗਰ ਦੇ ਵਿੱਚ? ਕਦੇ ਕੁਝ ਕੀਤਾ ਅੱਜ ਤੱਕ? ਇਹ ਕਹਿਣ ਲੱਗਾ ਨੌਜਵਾਨ, ਕਹਿੰਦਾ ਮਹਾਰਾਜ ਨਹੀਂ, ਘਰ ਦੇ ਵਿੱਚ ਸੁੱਖ ਸਹੂਲਤ ਹੀ ਇੰਨੀ ਹੈ। ਕਹਿੰਦਾ ਮਹਾਰਾਜ ਮੈਂ ਤਾਂ ਅੱਜ ਤੱਕ ਕਦੇ ਆਪ ਉੱਠ ਕੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ, ਇਹ ਤਾਂ ਪਹਿਲੀ ਵਾਰ ਹੈ ਮਹਾਰਾਜ ਸਤਿਗੁਰੂ ਤੁਹਾਡੇ ਵਾਸਤੇ ਮੈਂ ਜਲ ਦਾ ਕਟੋਰਾ ਭਰ ਕੇ ਲੈ ਕੇ ਆਇਆ। ਤੇ ਮਹਾਰਾਜ ਨੇ ਉਸੇ ਵਕਤ ਕਟੋਰਾ ਵਗਾ ਕੇ ਮਾਰਿਆ ਜਲ ਦਾ। ਮਹਾਰਾਜ ਕਹਿੰਦੇ, ਜਾ ਤੇਰੇ ਇਹੋ ਜਿਹੇ ਭ੍ਰਿਸ਼ਟ ਹੱਥਾਂ ਦੇ ਨਾਲ ਅਸੀਂ ਜਲ ਨਹੀਂ ਛਕਣਾ। ਮਹਾਰਾਜ ਕਹਿੰਦੇ, ਤੇਰੇ ਹੱਥ ਨਹੀਂ ਸਹੀ ਹੈਗੇ। ਜਿਹੜੇ ਹੱਥਾਂ ਦੇ ਨਾਲ ਕਦੇ ਗੁਰੂ ਕੀ ਸੰਗਤ ਦੀ ਸੇਵਾ ਨਾ ਹੋਈ ਹੋਵੇ ਨਾ, ਇਹੋ ਜਿਹੇ ਹੱਥਾਂ ਨਾਲ ਤਾਂ ਅਸੀਂ ਕਦੇ ਛਕਦੇ ਹੀ ਨਹੀਂ ਕੁਛ। ਮਹਾਰਾਜ ਕਹਿੰਦੇ, ਜਾ। ਮਹਾਰਾਜ ਦੇ ਭਾਈ ਗੁਰਦਾਸ ਜੀ ਦਾ ਬਚਨ ਹੈ ਨਾ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਹੀਂ ਫਲ ਕਰਨੇ। ਸੇਵਾ ਤੋਂ ਬਿਨਾਂ ਬੰਦੇ ਦੇ ਹੱਥ ਪੈਰ ਧਰਕਾਰ ਯੋਗ ਨੇ। ਕੀ ਇਹਨਾਂ ਦੇ ਨਾਲ, ਇਹ ਤਾਂ ਮਿੱਟੀ ਹੈ, ਕੀ ਇਹਨਾਂ ਹੱਥਾਂ ਨੂੰ ਪੈਰਾਂ ਨੂੰ ਸਾਂਭ ਕੇ ਰੱਖਣਾ? ਦੇਖਿਆ ਨਾ, ਕਈ ਸਾਡੀਆਂ ਭੈਣਾਂ ਤੇ ਸਾਡੇ ਭਰਾ ਇਹਨਾਂ ਹੱਥਾਂ ਨੂੰ ਇੰਨਾ ਬਚਾ ਕੇ ਰੱਖਦੇ ਆ ਵੀ ਕਿਤੇ ਇਹਨਾਂ ਦੇ ਨਾਲ ਕਿਤੇ ਬਰਤਨ ਨਾ ਮਾਂਜਣੇ ਪੈ ਜਾਣ, ਕਿਤੇ ਇਹਨਾਂ ਨੂੰ ਵੀ ਮੇਰੇ ਹੱਥ ਨਾ ਕਿਤੇ ਖਰਾਬ ਹੋ ਜਾਣ, ਕਿਤੇ ਜਾ ਕੇ ਦੁਕਾਨਾਂ ਦੇ ਉੱਥੇ ਜਾ ਕੇ ਆਪਣੇ ਹੱਥਾਂ ਦੇ ਪੈਡੀਕਿਉਰ ਮੈਨੀਕਿਉਰ ਪਤਾ ਨਹੀਂ ਕੀ ਕੁਛ ਕਰਾਉਂਦੇ ਆ ਜਾ ਕੇ। ਪਰ ਮਹਾਰਾਜ ਕਹਿਣ ਲੱਗੇ, ਕੋਈ ਬਹੁਤੇ ਸੋਹਣੇ ਰੂਪ ਵਾਲਾ ਹੋਵੇ ਨਾ, ਸੁੰਦਰ ਸਰੂਪ ਵਾਲਾ, ਉਹ ਵੀ ਵਾਹਿਗੁਰੂ ਨੂੰ ਮੋਹਿਤ ਨਹੀਂ ਕਰ ਸਕਦਾ। ਤੇ ਮਹਾਰਾਜ ਨੇ ਉਸ ਸਿੱਖ ਦੇ ਹੱਥ ਦਾ ਜਲ ਨਹੀਂ ਛਕਿਆ। ਮਹਾਰਾਜ ਕਹਿੰਦੇ, ਨਾ ਤੇਰੇ ਭਿੱਟੇ ਹੋਏ, ਤੇਰੇ ਦੂਸ਼ਿਤ ਹੋਏ ਹੱਥਾਂ ਦਾ ਅਸੀਂ ਜਲ ਨਹੀਂ ਛਕਣਾ। ਮਹਾਰਾਜ ਕਹਿੰਦੇ, ਜਾ ਪਹਿਲਾਂ ਆਪਣੇ ਹੱਥਾਂ ਦੇ ਨਾਲ ਸੇਵਾ ਕਰ ਗੁਰੂ ਕੇ ਲੰਗਰਾਂ 'ਚ। ਚਲੋ, ਸਿੱਖ ਦੇ ਅੰਦਰ ਸਤਿਗੁਰੂ ਦੇ ਚਰਨਾਂ ਦਾ ਪਿਆਰ ਸੀ, ਉਹਨੇ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਗੁੱਸਾ ਨਹੀਂ ਕੀਤਾ। ਕਿਉਂਕਿ ਕਦੇ ਵੀ ਜਿਹੜਾ ਪੁੱਤਰ ਆਪਣੇ ਪਿਓ ਦੇ ਬਚਨਾਂ ਦਾ ਗੁੱਸਾ ਕਰ ਲਿਓ ਸੁਧਰ ਨਹੀਂ ਸਕਦਾ। ਉਹਨੇ ਸਤਿਗੁਰੂ ਦੇ ਬਚਨਾਂ ਨੇ ਉਹਦੇ ਤੇ ਇਹੋ ਜਿਹਾ ਪ੍ਰਭਾਵ ਪਾਇਆ, ਉਹਨੇ ਜੀ ਦਿਨ ਰਾਤ ਗੁਰੂ ਕੇ ਲੰਗਰਾਂ 'ਚ ਸੇਵਾ ਕਰਨੀ। ਬੜਾ ਲੰਬਾ ਸਮਾਂ ਨੂੰ ਸੇਵਾ ਕਰਦਿਆਂ ਲੰਘ ਗਿਆ। ਜਦੋਂ ਸੇਵਾ ਕਰਦੇ ਐਨ ਮਹਾਰਾਜ ਦੀ ਕਿਰਪਾ ਹੋ ਗਈ, ਫਿਰ ਸਤਿਗੁਰੂ ਜੀ ਨੇ ਉਹਦੇ ਹੱਥਾਂ ਦਾ ਜਲ ਛਕਿਆ ਸੀ। ਕਹਿੰਦੇ, ਲਿਆ ਸਿੱਖਾ, ਹੁਣ ਤੇਰੇ ਹੱਥਾਂ ਦਾ ਜਲ ਛਕਾਂਗੇ। ਮਹਾਰਾਜ, ਹੁਣ ਤੇਰੇ ਹੱਥ ਪਵਿੱਤਰ ਹੋ ਗਏ, ਸੁੰਦਰ ਹੋ ਗਏ। ਜਦੋਂ ਸੇਵਾ ਕਰਕੇ ਉਹਦੇ ਹੱਥਾਂ 'ਚ ਅਟਣ ਪੈ ਗਏ, ਜਦੋਂ ਸੇਵਾ ਕਰਕੇ ਉਹਦੇ ਹੱਥ ਨਾਲ ਜੀ ਐਨ ਬਿਆਈਆਂ ਪਾਟ ਗਈਆਂ, ਉਦੋਂ ਸਤਿਗੁਰੂ ਨੇ ਫਿਰ ਉਹਦੇ ਹੱਥਾਂ ਦਾ ਜਲ ਛਕਿਆ ਸੀ। ਤਾਂ ਕਹਿਣ ਦਾ ਮਤਲਬ ਇਹ ਹੈ, ਮਹਾਰਾਜ ਕਹਿੰਦੇ ਬਹੁਤੇ ਸੋਹਣਾ ਰੰਗ ਰੂਪ ਵੀ ਜੇ ਆਪਣਾ ਮੇਨਟੇਨ ਕਰਕੇ ਰੱਖੇ, ਕੋਈ ਵਾਹਿਗੁਰੂ ਉਹਦੇ ਤੇ ਪ੍ਰਸੰਨ ਨਹੀਂ ਹੁੰਦਾ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਕਿਉਂਕਿ ਵਾਹਿਗੁਰੂ ਦੀ ਜੋਤ ਸਾਰਿਆਂ ਸਰੀਰਾਂ ਦੇ ਅੰਦਰ ਸੋਭ ਰਹੀ ਹੈ। ਜਿਹੜਾ ਸਾਰਿਆਂ ਨੂੰ ਸਰੂਪ ਰੰਗ ਰੂਪ ਦੇਣ ਵਾਲਾ ਨਾ, ਉਹਦੀ ਆਪਣੀ ਜੋਤ ਸਾਰਿਆਂ ਦੇ ਅੰਦਰ, ਮਤਲਬ ਉਹਨੇ ਸਾਰਿਆਂ ਨੂੰ ਰੰਗ ਰੂਪ ਦਿੱਤਾ। ਉਹਨੇ ਕਾਲਾ ਰੰਗ ਵੀ ਉਹਨੇ ਦਿੱਤਾ, ਗੋਰਾ ਰੰਗ ਵੀ ਉਹਨੇ ਦਿੱਤਾ। ਫਿਰ ਜਿਹਨੇ ਆਪ ਸਾਰਿਆਂ ਨੂੰ ਰੰਗ ਬਖਸ਼ੇ ਹੈ, ਉਹਨੇ ਫਿਰ ਕਿਸੇ ਦੇ ਰੰਗ ਤੋਂ ਕੀ ਮੋਹਿਤ ਹੋਣਾ? ਉਹ ਤਾਂ ਦੇਖਦਾ ਨਾਮ ਕੌਣ ਜਪਦਾ,
ਸੇਵਾ ਕੌਣ ਕਰਦਾ, ਉਹਦੇ ਤੇ ਮੋਹਿਤ ਹੁੰਦਾ ਵਾ। ਧਨਵੰਤਾ ਹੋਏ ਕਿਆ ਕੋ ਗਰਬ ਹੈ। ਜੇ ਕਿਸੇ ਕੋਲ ਬਹੁਤ ਪੈਸਾ, ਉਹ ਪੈਸੇ ਦਾ ਮਾਣ ਕੀ ਕਰਨਾ, ਮਹਾਰਾਜ ਕਹਿਣਗੇ। ਜੇ ਦਰਬ ਦਾ ਮਤਲਬ ਹੁੰਦਾ ਹੈ ਪੈਸਾ, ਧਨ ਦਾ ਮਤਲਬ ਹੁੰਦਾ ਪੈਸਾ। ਧਨਵੰਤਾ ਹੋਏ ਕਿਆ ਕੋ ਗਰਬ ਹੈ। ਮਹਾਰਾਜ ਕਹਿੰਦੇ ਧਨਵਾਨ ਹੋ ਕੇ ਕੀ ਕੋਈ ਹੰਕਾਰ ਕਰੂਗਾ। ਮਹਾਰਾਜ ਕਹਿੰਦੇ ਕਾਹਦਾ ਹੰਕਾਰ ਕਰਦਾ ਵੀ ਮੇਰੇ ਕੋਲ ਇੰਨਾ ਪੈਸਾ, ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ। ਦਰਬ ਕਹਿੰਦੇ ਨੇ ਪੈਸੇ ਨੂੰ। ਜਦੋਂ ਸਭ ਧਨ ਸਭ ਦੌਲਤ ਉਸ ਵਾਹਿਗੁਰੂ ਦੀ ਉਹ ਦਿੱਤੀ ਹੋਈ ਹੈ, ਸਾਰਿਆਂ ਨੂੰ ਧਨ ਦੇਣ ਵਾਲਾ ਹੀ ਵਾਹਿਗੁਰੂ ਆਪ ਹੈ। ਕਿਸੇ ਨੂੰ ਨਹੀਂ ਦਿੰਦਾ, ਕਿਸੇ ਨੂੰ ਬਹੁਤਾ ਧਨ ਦੇ ਦਿੰਦਾ ਵਾਹਿਗੁਰੂ। ਤਾਂ ਮਹਾਰਾਜ ਕਹਿੰਦੇ ਫਿਰ ਧਨ ਦਾ ਮਾਣ ਕਾਹਦਾ ਕਰਨਾ ਬਈ, ਹੰਕਾਰ ਕਾਹਦਾ ਕਰਨਾ। ਫਿਰ ਮਹਾਰਾਜ ਕਹਿੰਦੇ ਅਤ ਸੂਰਾ ਜੇ ਕੋਊ ਕਹਾਵੈ। ਜੇ ਵਾਹਿਗੁਰੂ ਧਨ ਨਾ ਦਿੰਦਾ ਫਿਰ ਕੀ ਕਰਦਾ। ਅੱਗੇ ਮਹਾਰਾਜ ਕਹਿੰਦੇ ਅਤ ਸੂਰਾ ਜੇ ਕੋਊ ਕਹਾਵੈ। ਜੇ ਕੋਈ ਆਪਣੇ ਆਪ ਨੂੰ ਬਹੁਤਾ ਵੱਡਾ ਸੂਰਮਾ ਅਖਾਵੇ ਵੀ ਮੇਰੇ ਵਰਗਾ ਤਾਂ ਸੂਰਮਾ ਹੀ ਕੋਈ ਨਹੀਂ। ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਦੱਸੋ ਵੀ ਵਾਹਿਗੁਰੂ ਦੀ ਦਿੱਤੀ ਹੋਈ ਸ਼ਕਤੀ ਤੋਂ ਬਿਨਾ, ਤਾਕਤ ਤੋਂ ਬਿਨਾ ਬੰਦਾ ਇੱਕ ਕਦਮ ਪੁੱਟ ਲੂਗਾ। ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ ਤਕੜਾ ਸੂਰਮਾ, ਵਾਹਿਗੁਰੂ ਆਪਣੀ ਸ਼ਕਤੀ ਆਪਣਾ ਬਲ ਨਾ ਬਖਸ਼ੇ ਤੇ ਦੇਖ ਲਓ ਇੱਕ ਕਦਮ ਨਹੀਂ ਬੰਦਾ ਪੁੱਟ ਸਕਦਾ। ਦੌੜਨਾ ਤਾਂ ਕੀ, ਪ੍ਰਭੂ ਦੀ ਸ਼ਕਤੀ ਤੋਂ ਬਿਨਾ ਬੰਦਾ ਕਿੱਥੇ ਦੌੜ ਸਕਦਾ, ਭੱਜ ਸਕਦਾ। ਸਭ ਸੱਤਾ ਤਾਕਤ ਵਾਹਿਗੁਰੂ ਦੀ ਦਿੱਤੀ, ਇਸ ਕਰਕੇ ਕੋਈ ਆਪਣੇ ਆਪ ਨੂੰ ਬਹੁਤਾ ਸੂਰਮਾ ਸਮਝ ਕੇ ਹੰਕਾਰ ਨਾ ਕਰੇ। ਜੇ ਕੋ ਹੋਏ ਬਹਿ ਦਾਤਾਰ। ਮਹਾਰਾਜ ਕਹਿਣ ਲੱਗੇ ਜੇ ਕੋਈ ਦਾਤਾ ਹੀ ਹੋ ਕੇ ਬੈਠ ਜਾਵੇ। ਜੇ ਕੋ ਹੋਏ ਬਹਿ ਦਾਤਾਰ। ਜੇ ਕੋਈ ਦਾਤਾ ਬਣ ਕੇ ਬੈਠ ਜਾਵੇ ਵੀ ਮੈਂ ਤਾਂ ਜੀ ਬਹੁਤ ਵੱਡਾ ਦਾਤਾ, ਮੈਂ ਬਹੁਤ ਦਾਨ ਪੁੰਨ ਕਰਦਾ, ਮੈਂ ਬਹੁਤ ਧਨ ਦੰਨਾ ਲੋਕਾਂ ਦੀ ਮਦਦ ਕਰਦਾ, ਮੈਂ ਸਹਾਇਤਾ ਕਰਦਾ, ਬੜਾ ਦਾਨ ਕਰਦਾ। ਮਹਾਰਾਜ ਜੇ ਕੋਈ ਕਹਿੰਦੇ ਜੇ ਕੋਈ ਦਾਤਾ ਬਣ ਕੇ ਬਹਿ ਜਾਵੇ, ਕਦੇ ਮੇਰੇ ਵਰਗਾ ਕੋਈ ਦਾਤਾ ਹੀ ਨਹੀਂ, ਮੈਂ ਬੜਾ ਦਾਨ ਕਰਦਾ। ਤਿਸ ਦੇਨਹਾਰ ਜਾਣੈ ਗਾਵਾਰ। ਉਹਨੂੰ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਉਹਨੂੰ ਤਾਂ ਮੂਰਖ ਸਮਝਦਾ ਵਾਹਿਗੁਰੂ। ਕਹਿੰਦਾ ਲੈ ਇਹ ਮੈਨੂੰ ਭੁਲਾ ਕੇ ਆਪਣੇ ਆਪ 'ਚ ਦਾਤਾ ਬਣਿਆ ਬੈਠਾ ਵੀ ਮੈਂ ਲੋਕਾਂ ਨੂੰ ਦਾਨ ਪੁੰਨ ਕਰਦਾ। ਜਿਹੜਾ ਇਦਾਂ ਦੀ ਗੱਲ ਕਰਦਾ ਨਾ, ਦਾਤਾ ਬਣ ਕੇ ਬਹਿ ਜਾਂਦਾ, ਉਹਨੂੰ ਤਾਂ ਵਾਹਿਗੁਰੂ ਮੂਰਖੇ ਕਹਿੰਦਾ ਵੀ ਤਾਂ ਮੂਰਖ ਹੈ। ਹੁੰਦਾ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਪੱਖਾ ਜੇ ਕੋਈ ਚੜਾ ਦੇ, ਉਹਦੇ ਤੇ ਵੀ ਆਪਣਾ ਨਾਂ ਲਿਖਾ ਲੂਗਾ। ਕੋਈ ਵਾਟਰ ਕੂਲਰ ਦੇਤਾ, ਉਹਦੇ ਤੇ ਜੀ ਫਲਾਣੇ ਨੇ ਇਹ ਦਾਨ ਕੀਤਾ। ਤੂੰ ਕੌਣ ਹੁੰਦਾ ਦਾਤਾ ਬਣ ਕੇ ਦਾਨ ਕਰਨ ਵਾਲਾ ਵੇ? ਜੇ ਤੈਨੂੰ ਵਾਹਿਗੁਰੂ ਦਾਤਾ ਹੀ ਨਾ ਦਿੰਦਾ, ਤੂੰ ਕਿਤੋਂ ਦਾਨ ਕਰ ਲੈਂਦਾ? ਜਿਹੜਾ ਕੋਈ ਇਦਾਂ ਦਾਤਾ ਬਣ ਕੇ ਬਹਿ ਜਾਂਦਾ, ਰੱਬ ਉਹਨੂੰ ਸਮਝਦਾ ਵੀ ਤਾਂ ਬੇਵਕੂਫ ਹੈ, ਗਵਾਰ ਹੈ। ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ। ਇਹ ਤਾਂ ਭਾਈ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਉਹਦੇ ਅੰਦਰੋਂ ਹਉਮੈ ਦਾ ਇਹ ਰੋਗ ਹੈ ਜਿਹੜਾ ਟੁੱਟ ਜਾਵੇ, ਮਤਲਬ ਹੰਕਾਰ ਮਿਟ ਜਾਵੇ ਜਿਹਦੇ ਅੰਦਰੋਂ। ਨਾਨਕ ਸੋ ਜਨ ਸਦਾ ਅਰੋਗ। ਮਹਾਰਾਜ ਕਹਿੰਦੇ ਉਹ ਫਿਰ ਸਦਾ ਅਰੋਗ ਸਮਝੋ, ਉਹ ਸਭ ਤੋਂ ਅਰੋਗ ਹੈ। ਨਹੀਂ ਤਾਂ ਸਭ ਰੋਗੀ ਨੇ ਦੁਨੀਆ ਦੇ ਤੇ। ਜਿਹਦਾ ਹਉਮੈ ਦਾ ਰੋਗ ਟੁੱਟ ਗਿਆ ਉਹ ਅਰੋਗ ਹੈ, ਨਹੀਂ ਤਾਂ ਸਾਰੀ ਦੁਨੀਆ ਰੋਗੀ ਹੋਈ ਹੋਈ ਹੈ। ਮਹਾਰਾਜ ਕਹਿੰਦੇ ਅੱਗੇ ਕਹਿੰਦੇ ਮਹਾਰਾਜ ਜਿਉਂ ਮੰਦਰ ਕਉ ਥੰਮੈ ਥੰਮਨ। ਜਿਵੇਂ ਘਰ ਹੁੰਦਾ ਨਾ, ਜਦੋਂ ਘਰ ਦੀ ਛੱਤ ਜੇ ਡਿੱਗਦੀ ਜਾਂਦੀ ਹੋਵੇ, ਜੇ ਉਹਦੇ ਥੱਲੇ ਆਪਾਂ ਥੰਮਣ ਮਤਲਬ ਕਿ ਸਪੋਰਟ ਲਾ ਦਈਏ, ਥੰਮ ਲਾ ਦਈਏ, ਉਹ ਡਿੱਗਦੀ ਛੱਤ ਵੀ ਫਿਰ ਖੜ ਜਾਂਦੀ ਹੈ, ਮਤਲਬ ਉਹਨੂੰ ਸਹਾਰਾ ਮਿਲ ਗਿਆ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਮਹਾਰਾਜ ਦੀ ਬਾਣੀ ਹੈ, ਜਦੋਂ ਬੰਦੇ ਦਾ ਮਨ ਡਿੱਗਦਾ ਜਾਂਦਾ ਹੋਵੇ ਨਾ, ਢਹਿੰਦਾ ਜਾਂਦਾ ਹੋਵੇ, ਢਹਿੰਦੀ ਕਲਾ ਵੱਲ ਅਫਸੋਸ 'ਚ ਚਲਿਆ ਜਾਵੇ, ਫਿਰ ਗੁਰੂ ਦੀ ਬਾਣੀ ਜਦੋਂ ਪੜ੍ਹਦਾ ਨਾ, ਗੁਰੂ ਦੇ ਸ਼ਬਦ ਦਾ ਅਭਿਆਸ ਕਰਦਾ, ਇਹ ਉਸ ਡਿੱਗਦੇ ਹੋਏ ਮਨ ਨੂੰ ਸਹਾਰਾ ਦੇ ਦਿੰਦਾ। ਮਹਾਰਾਜ ਦਾ ਜਿਹੜਾ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਜਿਹੜੀ ਬੰਦੇ ਨੂੰ ਡਿੱਗਦੇ ਹੋਏ ਨੂੰ, ਜਿਹੜਾ ਬੰਦਾ ਗਮ ਦੇ ਵਿੱਚ ਚਲਿਆ ਗਿਆ ਹੋਵੇ, ਜੇ ਬੰਦਗੀ ਕਰਨ ਲੱਗ ਪਵੇ, ਮਹਾਰਾਜ ਦਾ ਸ਼ਬਦ ਉਹਨੂੰ ਸਹਾਰਾ ਦੇ ਦਿੰਦਾ। ਫਿਰ ਉਹਦਾ ਮਨ ਢਹਿੰਦੀ ਕਲਾ 'ਚ ਨਹੀਂ ਜਾਂਦਾ, ਚੜ੍ਹਦੀ ਕਲਾ 'ਚ ਹੋ ਜਾਂਦਾ। ਫਿਰ ਮਨ ਵਕਾਰਾਂ ਵੱਲ ਨਹੀਂ ਡਿੱਗਦਾ ਹੈਗਾ। ਅੱਗੇ ਮਹਾਰਾਜ ਕਹਿਣ ਲੱਗੇ ਜਿਉਂ ਪਾਖਾਨ ਨਾਵ ਚੜ੍ਹ ਤਰੈ। ਕਹਿੰਦੇ ਜਿਸ ਪ੍ਰਕਾਰ ਪੱਥਰ ਹੈ ਨਾ ਜਿਹੜਾ, ਉਹ ਕਦੇ ਵੀ ਆਪ ਨਹੀਂ ਤੈਰ ਸਕਦਾ ਪਾਣੀ ਦੇ ਉੱਪਰ, ਆਪ ਨਹੀਂ ਉਹ ਤੈਰ ਸਕਦਾ ਪਾਣੀ ਦੇ ਉੱਪਰ। ਪਰ ਜੇ ਉਹ ਪੱਥਰ ਨੂੰ ਕਿਸ਼ਤੀ ਵਿੱਚ ਰੱਖ ਦਈਏ ਆਪਾਂ, ਤੇ ਕਿਸ਼ਤੀ ਦੇ ਵਿੱਚ ਰੱਖ ਦਈਏ, ਤੇ ਉਹ ਕਈ ਵਾਰ ਪੱਥਰ ਹੈ ਨਾ ਜਿਹੜਾ ਭਾਰਾ ਹੋਇਆ ਹੁੰਦਾ, ਤੇ ਉਹ ਕਿਸ਼ਤੀ ਦੇ ਵਿੱਚ ਜਦੋਂ ਆਪਾਂ ਰੱਖ ਦਿੰਦੇ ਹਾਂ, ਉਹ ਤਰ ਜਾਂਦਾ। ਜਿਉਂ ਪਾਖਾਨ ਨਾਵ ਚੜ੍ਹ ਤਰੈ, ਜਿਵੇਂ ਪੱਥਰ ਨਾਵ ਦੇ ਉੱਪਰ, ਕਿਸ਼ਤੀ ਦੇ ਉੱਪਰ ਚੜ੍ਹ ਕੇ ਤਰ ਜਾਂਦਾ ਨਾ, ਆਪ ਨਹੀਂ ਤਰ ਸਕਦਾ। ਤਿਉਂ ਪ੍ਰਾਣੀ ਗੁਰਚਰਨ ਲਗਤ ਨਿਸਤਰ ਹੈ। ਕਹਿੰਦੇ ਪ੍ਰਾਣੀ ਗੁਰਚਰਨ ਲਗਤ ਨਿਸਤਰ ਹੈ। ਉਦਾਂ ਹੀ ਕਹਿੰਦੇ ਜੇ ਕੋਈ ਬੰਦਾ ਪਾਪਾਂ ਦੇ
ਬੋਝ ਕਰਕੇ ਭਾਰਾ ਹੋਇਆ ਆਪ ਨਹੀਂ ਇਸ ਸੰਸਾਰ ਤੋਂ ਤਰ ਸਕਦਾ, ਪਰ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਨਾ, ਜੁੜ ਜਾਂਦਾ, ਗੁਰੂ ਦੇ ਚਰਨ ਜਹਾਜ਼ ਦੀ ਨਿਆਈ ਹੈ, ਕਿਸ਼ਤੀ ਦੀ ਨਿਆਈ ਹੈ। ਜਦੋਂ ਕੋਈ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਜਾਂਦਾ, ਜੁੜ ਜਾਂਦਾ, ਉਹ ਫਿਰ ਜਿਵੇਂ ਪੱਥਰ ਬੇੜੀ ਦੇ ਉੱਤੇ ਬੈਠ ਕੇ ਤਰ ਜਾਂਦਾ, ਇਦਾਂ ਹੀ ਫਿਰ ਗੁਰੂ ਦੇ ਚਰਨਾਂ ਰੂਪੀ ਜਹਾਜ਼ ਤੇ ਚੜ੍ਹ ਕੇ ਫਿਰ ਉਹ ਬੰਦਾ ਤਰ ਜਾਂਦਾ, ਜਿਹੜਾ ਪਾਪਾਂ ਕਰਕੇ ਭਾਰੀ ਹੋਇਆ ਹੋਇਆ ਪੱਥਰ ਵਰਗਾ, ਉਹ ਇਸ ਸੰਸਾਰ ਸਮੁੰਦਰ ਤੋਂ ਗੁਰੂ ਦੇ ਚਰਨਾਂ ਨਾਲ ਲੱਗ ਕੇ ਤਰ ਜਾਂਦਾ ਜੀ। ਅੱਗੇ ਮਹਾਰਾਜ ਕਹਿਣ ਲੱਗੇ, ਜੇ ਅੰਧਕਾਰ ਦੀਪਕ ਪ੍ਰਗਾਸ, ਕਹਿੰਦੇ ਜਿਵੇਂ ਹਨੇਰੇ ਦੇ ਵਿੱਚ ਦੀਵਾ ਚਾਨਣ ਕਰ ਦਿੰਦਾ। ਦੇਖੋ ਹਨੇਰਾ ਨਾ ਭਾਵੇਂ 1 ਸਾਲ ਦਾ ਹੋਵੇ, ਭਾਵੇਂ 5 ਦਿਨਾਂ ਦਾ ਹੋਵੇ, 10 ਦਿਨਾਂ ਦਾ ਹੋਵੇ, ਮਹੀਨਾ ਹੋ ਗਿਆ ਹੋਵੇ, ਭਾਵੇਂ ਕਈ ਸਾਲ ਸਦੀਆਂ ਪੁਰਾਣਾ ਹਨੇਰਾ ਹੋਵੇ, ਪਰ ਜਿਸ ਵਕਤ ਹੀ ਨਾ ਦੀਵਾ ਬਲ ਜਾਂਦਾ, ਉਹਦੇ ਨਾਲ ਹਨੇਰਾ ਚੱਕਿਆ ਜਾਂਦਾ, ਪ੍ਰਕਾਸ਼ ਹੋ ਜਾਂਦਾ। ਮਹਾਰਾਜ ਬਚਨ ਕਰਦੇ, ਜੇ ਅੰਧਕਾਰ ਦੀਪਕ ਪ੍ਰਗਾਸ, ਜਿਵੇਂ ਹਨੇਰੇ ਦੇ ਵਿੱਚ ਦੀਵੇ ਦਾ ਪ੍ਰਕਾਸ਼ ਹੋ ਜਾਂਦਾ ਨਾ, ਦੀਵਾ ਬਲਣ ਦੇ ਨਾਲ ਪ੍ਰਕਾਸ਼ ਹੋ ਜਾਂਦਾ। ਗੁਰਦਰਸ਼ਨ ਦੇਖ ਮਨ ਹੋਏ ਬਿਗਾਸ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਜਿਹੜਾ ਅੰਦਰ ਅਗਿਆਨਤਾ ਦਾ ਹਨੇਰਾ ਨਾ, ਉਹ ਮਿਟ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਗਿਆਨ ਦਾ ਪ੍ਰਕਾਸ਼ ਹੋਣ ਦੇ ਨਾਲ ਮਨ ਐਨ ਖਿੜਾਪ ਦੇ ਵਿੱਚ, ਖੇੜੇ 'ਚ ਆਨੰਦ 'ਚ ਆ ਜਾਂਦਾ, ਮਨ ਐਨ ਆਨੰਦਮਈ ਹੋ ਜਾਂਦਾ ਉਸ ਵਕਤ ਜਦੋਂ ਗੁਰੂ ਦਾ ਦਰਸ਼ਨ ਕਰ ਲਈਦਾ। ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ, ਜਿਵੇਂ ਬੰਦਾ ਕੋਈ ਬਹੁਤ ਜ਼ਿਆਦਾ ਗਾੜੇ ਜੰਗਲ 'ਚ ਚਲਿਆ ਜਾਵੇ, ਸੰਘਣੇ ਜੰਗਲ 'ਚ ਚਲਿਆ ਜਾਵੇ, ਉਹਨੂੰ ਰਾਹ ਨਾ ਲੱਭੇ, ਉਹ ਪਰੇਸ਼ਾਨ ਹੋ ਜਾਵੇ, ਪਰ ਅਚਨਚੇਤ ਕੋਈ ਉਹਨੂੰ ਉੱਥੇ ਭੁੱਲੇ ਹੋਏ ਨੂੰ ਰਾਹ ਪਾ ਦੇਵੇ ਵੀ ਹਾਂ ਵੀ ਗੁਰਮੁਖਾ ਆਹ ਰਸਤਾ ਜਾਂਦਾ, ਇੱਧਰ ਨੂੰ ਚਲਿਆ ਜਾ, ਤੂੰ ਜੰਗਲ 'ਚੋਂ ਬਾਹਰ ਚਲਿਆ ਜਾ। ਜਿਵੇਂ ਕੋਈ ਮਹਾਰਾਜ ਕਹਿਣ ਲੱਗੇ ਸਤਿਗੁਰੂ ਜੀ, ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ, ਜਿਵੇਂ ਕੋਈ ਬਹੁਤ ਜ਼ਿਆਦਾ ਉਦਿਆਨ ਦੇ ਵਿੱਚ, ਸੰਘਣੇ ਜੰਗਲ ਦੇ ਵਿੱਚ ਮਾਰਗ ਪਾ ਲੈਂਦਾ, ਉਹਨੂੰ ਰਾਹ ਮਿਲ ਜਾਂਦਾ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਕਹਿੰਦੇ ਉਸੇ ਤਰ੍ਹਾਂ ਜਿਹੜੇ ਸਾਧੂ ਹੁੰਦੇ ਨਾ, ਮਹਾਤਮਾ, ਉਹਨਾਂ ਦੀ ਸੰਗਤ ਦੇ ਵਿੱਚ ਜਦੋਂ ਮਿਲਦਾ ਨਾ, ਫਿਰ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ, ਇਹਦੇ ਅੰਦਰ ਚਾਨਣ ਹੋ ਜਾਂਦਾ ਹੈ, ਉਹ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਫਿਰ ਇਹਨੂੰ ਸੰਸਾਰ ਸਮੁੰਦਰ ਤੋਂ, ਇਹ ਸੰਸਾਰ ਰੂਪੀ ਬਣ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਪ੍ਰਾਪਤ ਹੋ ਜਾਂਦਾ, ਤੇ ਇਹ ਵਾਹਿਗੁਰੂ ਦੇ ਵਿੱਚ ਮਿਲ ਜਾਂਦਾ, ਸੰਸਾਰ ਰੂਪੀ ਬਣ 'ਚੋਂ ਬਾਹਰ ਨਿਕਲ ਕੇ ਨਿਰੰਕਾਰ 'ਚ ਮਿਲ ਜਾਂਦਾ। ਇਹ ਸਾਧੂ ਦੀ ਸੰਗਤ ਦਾ ਕਮਾਲ ਹੈ, ਉਹਨਾਂ ਗੁਰਮੁਖਾਂ ਦੀ ਸੰਗਤ ਦਾ ਇਹ ਲਾਹਾ ਮਿਲਦਾ ਉਹਨੂੰ। ਅੱਗੇ ਮਹਾਰਾਜ ਕਹਿੰਦੇ, ਤਿੰਨ ਸੰਤਨ ਕੀ ਬਾਛੋ ਧੂਰ, ਮਹਾਰਾਜ ਕਹਿੰਦੇ ਅਸੀਂ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੋਚਦੇ ਹਾਂ, ਉਹਨਾਂ ਸੰਤਾਂ ਜਨਾਂ ਦੇ, ਮਹਾਤਮਾ ਜਨਾਂ ਦੇ ਚਰਨਾਂ ਦੀ ਅਸੀਂ ਧੂੜੀ ਨੂੰ ਚਾਹੁੰਦੇ ਹਾਂ, ਲੋਚਦੇ ਹਾਂ। ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੁਰ, ਜਿਹੜੇ ਸੰਤ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦੇ ਹੈ, ਜਿਹੜੇ ਜੀਵਾਂ ਦੀ ਕਲਿਆਣ ਕਰਦੇ ਹੈ। ਨਾਨਕ ਕੀ ਹਰ ਲੋਚਾ ਪੂਰ, ਹੇ ਵਾਹਿਗੁਰੂ ਸਾਡੀ ਇਹ ਲੋਚਾ ਜਿਹੜੀ ਇੱਛਾ ਪੂਰੀ ਕਰਦੇ, ਕਿਹੜੀ? ਤੇਰੇ ਨਾਮ ਜਪਣ ਵਾਲੇ ਸਾਧੂ ਆ ਨਾ, ਜਿਹੜੇ ਮਹਾਤਮਾ, ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ਦੇ ਸਾਨੂੰ, ਇਹ ਕਿਰਪਾ ਕਰ। ਇਸ ਪ੍ਰਕਾਰ ਇਹ 2 ਪੌੜੀਆਂ ਆਪ ਜੀ ਨੇ ਸਰਵਣ ਕੀਤੀਆਂ, ਹੋਈਆਂ ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।